ठीक है जी। चलो थैंक यू जी। थैंक केसेस ਜਿਹੜੇ हैं अनरावल ਹੋਏ हैं अपने इंटरस्टेट ड्रग नैक्सस ਜਿਹੜਾ ਚੰਡੀਗੜ੍ਹ 'ਚ ਚੱਲ ਰਿਹਾ ਸੀ, ਦੂਜੇ ਸਟੇਟਸ ਤੋਂ ਚੰਡੀਗੜ੍ਹ 'ਚ ਡਰਗ ਦੀ ਡਿਲੀਵਰੀ ਹੋ ਰਹੀ ਹੈ ਤੇ ਡਰਗ ਦੀ ਕੰਜ਼ੰਪਸ਼ਨ ਜਿਹੜੀ ਚੰਡੀਗੜ੍ਹ 'ਚ ਹੋ ਰਹੀ ਹੈ ਉਹਦੇ ਦੋ ਬੜੇ ਅਹਿਮ ਮੋਡਿਊਲਸ ਬਸਟ ਹੋਏ हैं। ਸਭ ਤੋਂ ਪਹਿਲੇ ਤਾਂ ਕੇਸ ਨੰਬਰ 58 1 ਅਗਸਤ ਨੂੰ ਬੁੱਕ ਹੋਇਆ ਹੈ 2023 'ਚ। ਇੱਕ ਸਾਡਾ ਨਾਕਾ ਲੱਗਿਆ ਸੀ ਪੁਲਿਸ ਸਟੇਸ਼ਨ ਆਈਟੀ ਪਾਰਕ ਦੇ ਏਰੀਆ 'ਚ, ਜਿੱਥੇ ਇੱਕ ਆਸ਼ੀਸ਼ ਠਾਕੁਰ ਨਾਮ ਦਾ ਬੰਦਾ ਜੋ ਕਿ ਸੋਲਨ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਹਦੇ ਤੋਂ ਨਾਕੇ ਦੀ ਇੰਟਰਸੈਪਸ਼ਨ ਤੇ 173 ਗ੍ਰਾਮ 173 ਗ੍ਰਾਮਸ ਚਰਸ ਜਿਹੜੀ ਹੈ ਰਿਕਵਰ ਕੀਤੀ ਗਈ ਸੀ। ਇਹਨੂੰ ਫੋਲੋ ਅਪ ਕਰਦੇ, ਇਹ ਇਲੈਕਟ੍ਰੋਨਿਕਸ ਇੰਜੀਨੀਅਰ ਹੈ ਆਪ, ਤੇ ਇਹਦੇ ਫਾਦਰ ਵੀ CISF ਚੋਂ ਇੰਸਪੈਕਟਰ ਰਿਟਾਇਰਡ ਹੈ ਤੇ ਆਪ ਹੀ ਪੜ੍ਹਿਆ ਲਿਖਿਆ ਹੈ, ਬਟ ਚਰਸ ਦਾ ਜਿਹੜਾ ਇੰਟਰਸਟੇਟ ਡਰਗ ਸਮਗਲਿੰਗ ਨੈਟਵਰਕ ਹੈ ਖੁਦ ਚਲਾ ਰਿਹਾ ਸੀ। ਪਿਛਲੇ 1.5 ਸਾਲ ਤੋਂ ਇਸ ਡਰਗ ਸਮਗਲਿੰਗ 'ਚ ਇਨਵੋਲਵਡ ਹੈ। ਪੰਚਕੂਲਾ, ਪੰਜਾਬ, ਹਿਮਾਚਲ ਤੇ ਹਰਿਆਣਾ 'ਚ ਇਹ ਸਾਰੇ ਆਪਣੀ ਡਰਗਸ ਦੀ ਡਿਲੀਵਰੀ ਕਰ ਰਹੇ ਸੀ। ਇਹਨਾਂ ਦੀ ਆਸ਼ੀਸ਼ ਠਾਕੁਰ ਦੀ ਅਸੀਂ ਪੁਲਿਸ ਰਿਮਾਂਡ ਲੈ ਕੇ ਇਹਦੀ ਜਦੋਂ ਇੰਟੈਰੋਗੇਸ਼ਨ ਕੀਤੀ, ਉੱਥੋਂ ਸਾਨੂੰ ਇੱਕ ਹੋਰ ਬੰਦੇ ਦਾ ਪਤਾ ਲੱਗਿਆ, ਸਾਵਨ ਬੋਧ ਸਨ ਆਫ ਸ਼ਿਆਮ ਬੋਧ, ਰੈਜ਼ੀਡੈਂਟ ਆਫ ਮੰਡੀ, ਹਿਮਾਚਲ ਪ੍ਰਦੇਸ਼। ਸਾਡੀ ਟੀਮ ਉੱਥੇ ਫੋਲੋ ਅਪ 'ਚ 29 NDPS 'ਚ ਉਹਨੂੰ ਅਰੈਸਟ ਕਰਕੇ ਲਿਆਈ ਹੈ ਤੇ ਉਹਦੇ ਤੋਂ 333 ਗ੍ਰਾਮ 333 ਗ੍ਰਾਮਸ ਆਫ ਚਰਸ ਹੋਰ ਜਿਹੜੀ ਰਿਕਵਰ ਹੋਈ ਹੈ। ਜਿਹੜਾ ਸਾਵਨ ਬੋਧ ਹੈ ਇਹ ਸਾਡੇ ਟਰਾਈ ਸਿਟੀ 'ਚ ਹੋਰ ਵੀ ਕਾਫੀ ਛੋਟੇ ਡਰਗ ਪੈਡਲਰਸ हैं ਜਿਨ੍ਹਾਂ ਨੂੰ ਇਹ ਡਿਲੀਵਰ ਕਰਦਾ ਸੀ। ਤਾਂ ਸਾਵਨ ਬੋਧ ਦੀ ਅਰੈਸਟ ਨਾਲ ਤਕਰੀਬਨ 5-6 ਡਰਗ ਪੈਡਲਰਸ ਜਿਹੜੇ ਲੋਕਲ ਲੈਵਲ ਤੇ ਪੂਰੇ ਟਰਾਈ ਸਿਟੀ 'ਚ ਸਮਗਲਿੰਗ ਕਰਦੇ ਸੀ, ਉਹ ਸਾਰੇ ਨਿਊਟਰਲਾਈਜ਼ ਹੋਏ ਹੈ। ਇਹ ਸਾਰੀ ਚਰਸ ਦੀ ਰਿਕਵਰੀ ਜਿਹੜੀ ਅਲੱਗ-ਅਲੱਗ ਜਗ੍ਹਾ ਤੋਂ ਹਿਮਾਚਲ ਪ੍ਰਦੇਸ਼ ਤੋਂ ਇਹ ਸੋਰਸ ਕਰਦੇ ਸੀ ਤੇ ਅੱਗੇ ਡਿਲੀਵਰ ਕਰਦੇ ਸੀ ਤੇ ਇੱਥੇ ਆ ਕੇ ਸਮਾਲ ਪੈਡਲਰਸ, ਯੰਗਸਟਰਸ ਨੂੰ ਇਹ ਵੇਚਦੇ ਸੀ। ਤਾਂ ਇਹ ਫਸਟ ਮੋਡਿਊਲ ਹੈ ਜਿਹੜਾ ਬਸਟ ਹੋਇਆ ਤੇ ਜਿਸ ਟਾਟਾ ਨੈਕਸਨ ਕਾਰ ਇੱਕ ਰਿਕਵਰ ਹੋਈ ਹੈ। ਉਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਸਾਵਨ ਬੋਧ ਹੋਰ ਕਿੰਨੇ ਲੋਕਾਂ ਨੂੰ ਟਰਾਈ ਸਿਟੀ 'ਚ ਡਰੱਗਸ ਸਮਗਲ ਕਰ ਰਿਹਾ ਸੀ, ਡਿਲੀਵਰ ਕਰ ਰਿਹਾ ਸੀ, ਉਹਦੇ ਤੇ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ। ਕਾਰ ਜੀ ਆਸ਼ੀਸ਼ ਠਾਕੁਰ ਦੀ ਹੈ ਤੇ ਸਾਡਾ ਐਫਰਟ ਇਹੀ ਰਹਿੰਦਾ ਕਿ ਸੈਕੰਡ ਤੇ ਥਰਡ ਰੈਂਕ ਸਮਗਲਰਸ ਨੂੰ ਫੜਿਆ ਜਾ ਸਕੇ ਤਾਂ ਕਿ ਪੂਰਾ ਨੈਟਵਰਕ ਅਨਰੈਵਲ ਹੋਏ। ਇੱਕ ਬੰਦੇ ਨੂੰ ਫੜ ਕੇ ਸਾਰਿਆਂ ਦਾ ਨਿਊਟਰਲਾਈਜ਼ ਨਹੀਂ ਹੁੰਦਾ। ਇਹ ਪ੍ਰੀਵੀਅਸਲੀ ਮੋਹਾਲੀ ਦੀ ਇੱਕ ਹੋਰ NDPS FIR ਹੈ 2020 ਦੀ, ਉਹਦੇ 'ਚ ਆਲਰੇਡੀ ਬੁੱਕਡ ਸੀ ਆਸ਼ੀਸ਼ ਠਾਕੁਰ ਤੇ ਉਹਦੇ 'ਚ ਇਹ ਬੇਲ ਤੇ ਬਾਹਰ ਸੀ ਤੇ ਬੇਲ ਤੇ ਬਾਹਰ ਆ ਕੇ ਤਕਰੀਬਨ 1.5-3 ਸਾਲਾਂ ਤੋਂ ਇਹ ਇੱਥੇ ਕੰਮ ਕਰ ਰਹੇ ਸੀ। ਸੈਕੰਡ ਕੇਸ 3 ਅਗਸਤ ਨੂੰ 71 ਨੰਬਰ FIR ਹੈ ਪੁਲਿਸ ਸਟੇਸ਼ਨ ਸਾਰਨਪੁਰ ਦੀ, ਜਿਸ 'ਚ ਇੱਕ ਸਿਲਵਰ ਕਲਰ ਦੀ ਆਈਟਮ ਨੂੰ ਇੰਟਰਸੈਪਟ ਕੀਤਾ ਗਿਆ ਸੀ। ਉਹਦੇ 'ਚ ਦਿਸ਼ਾਂਤ ਗੋਇਲ ਐਲੀਅਸ ਦਿਸ਼ੂ ਨਾਮ ਦਾ ਬੰਦਾ ਹੈ ਜਿਹਨੂੰ ਅਸੀਂ 62 ਗ੍ਰਾਮਸ ਹੈਰੋਇਨ ਨਾਲ ਰਿਕਵਰ ਕੀਤਾ ਸੀ। ਔਨ ਡਿਸਕਲੋਜ਼ਰ ਆਫ ਦਿਸ਼ੂ ਸਾਨੂੰ ਪਤਾ ਲੱਗਿਆ ਕਿ ਇਹ ਹੈਰੋਇਨ ਅਲੱਗ-ਅਲੱਗ ਜਗ੍ਹਾ ਤੋਂ ਪੰਜਾਬ 'ਚੋਂ ਸੋਰਸ ਕਰਦਾ ਸੀ। ਇਹ ਵਾਲੀ ਹੈਰੋਇਨ ਇਹ ਫਿਰੋਜ਼ਪੁਰ ਤੋਂ ਕਿਸੇ ਬੰਦੇ ਤੋਂ ਸੋਰਸ ਕੀਤੀ ਹੈ, ਜਿਹਦੇ ਬਾਰੇ ਹਲੇ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ, ਉਹਦੇ ਬਾਰੇ ਅਸੀਂ ਜ਼ਿਆਦਾ ਡਿਟੇਲਸ ਨਹੀਂ ਦੇ ਸਕਦੇ। ਇਸ 'ਚੋਂ ਇਹ ਵੀ ਸਾਹਮਣੇ ਆਇਆ ਸੀ ਕਿ ਇਹਦੀ ਇੱਕ ਗਰਲਫ੍ਰੈਂਡ ਸੀ, ਇਹਦੀ ਇੱਕ ਫੀਮੇਲ ਫਰੈਂਡ ਹੈ, ਦਿਸ਼ਾ ਨਾਮ ਹੈ ਉਹਦਾ, ਜਿਹਦੇ PTM ਦੇ ਥਰੂ ਇਹ ਸਾਰੀ ਪੇਮੈਂਟਸ ਆਪਣੀਆਂ ਰੂਟ ਕਰਦਾ ਸੀ ਤੇ ਆਪ ਕਸਟਮਰ ਤੋਂ ਪੇਮੈਂਟ ਉਹਦੇ ਕੁੜੀ ਕੋਲ ਜਾਂਦੀ ਸੀ, ਕੁੜੀ ਫਿਰ ਇਹਨੂੰ ਅੱਗੇ ਟ੍ਰਾਂਸਫਰ ਕਰਦੀ ਸੀ। ਤਾਂ ਉਹ ਜਿਹੜੀ ਲੇਡੀ ਹੈ ਜਿਹੜੇ 'ਚ ਆਪਣਾ ਫਾਈਨੈਂਸ਼ੀਅਲ ਟ੍ਰੇਲ ਜਿਹੜਾ ਸਾਹਮਣੇ ਆਇਆ ਹੈ ਇਹਦੀ ਫੀਮੇਲ ਫਰੈਂਡ ਨਾਲ ਤੇ ਹੋਰ ਸੋਰਸਿਸ ਨਾਲ, ਉਹਨੂੰ ਵੀ ਅਸੀਂ ਅਰੈਸਟ ਕੀਤਾ ਹੈ। ਜਿਹੜਾ ਇਹ ਬੰਦਾ ਹੈ ਦਿਸ਼ਾਂਤ ਗੋਇਲ ਐਲੀਅਸ ਦਿਸ਼ੂ ਇਜ਼ ਇਨਵੋਲਵਡ ਇਨ 5 ਪ੍ਰੀਵੀਅਸ FIRs ਆਫ NDPS ਕੇਸਿਸ। 5 ਇਹਦੇ ਤੇ ਪਹਿਲੇ ਕੇਸਿਸ ਹੈ ਤੇ ਹੁਣ ਇਹ ਵੱਡੀ ਰਿਕਵਰੀ ਨਾਲ ਸਾਡੇ ਦੁਆਰਾ ਕਾਬੂ ਆਇਆ ਹੈ। ਇਹ 5 ਕੇਸਿਸ ਸਾਰੇ ਚੰਡੀਗੜ੍ਹ ਦੇ ਹੀ ਹੈ ਜੀ। ਇਹ ਰਹਿਣ ਵਾਲਾ ਵੀ ਚੰਡੀਗੜ੍ਹ ਦਾ 21 ਸੈਕਟਰ ਦਾ ਰਹਿਣ ਵਾਲਾ ਹੈ ਤੇ ਚੰਡੀਗੜ੍ਹ 'ਚ ਤੇ ਟਰਾਈ ਸਿਟੀ 'ਚ ਸਾਰੀ ਇਹਨਾਂ ਦੀ ਜਿਹੜੀ ਡਿਲੀਵਰੀ ਹੁੰਦੀ ਸੀ। ਇੱਕ ਹੋਰ ਇਹਦੇ 'ਚ ਇੰਟਰਸਟਿੰਗ ਪਲਾਟ ਹੈ ਕਿ ਜਿਹੜਾ ਇਹ ਲੇਡੀ ਹੈ ਦਿਸ਼ਾ, ਇਹਦੇ ਹਸਬੈਂਡ ਨੂੰ ਰੀਸੈਂਟਲੀ ਪੰਜਾਬ ਪੁਲਿਸ, ਮੋਹਾਲੀ ਪੁਲਿਸ ਨੇ ਵੀ ਡਰੱਗਸ ਕੇਸਿਸ 'ਚ ਹੀ ਉਹਨੂੰ ਅਰੈਸਟ ਕੀਤਾ ਹੈ ਤੇ ਉਹਦੀ ਵੀ ਅਸੀਂ ਡਿਟੇਲਸ ਲੈ ਰਹੇ ਹਾਂ। ਉਹਨਾਂ ਦਾ ਇਹਨਾਂ ਨਾਲ ਲਿੰਕ ਕੀ ਹੋਏਗਾ, ਕੀ ਨਿਕਲਦਾ, ਉਹ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ। ਦਿਸ਼ਾਂਤ ਦਿਸ਼ੂ ਇਜ਼ 8 years old, 21 ਸੈਕਟਰ ਦਾ ਰਹਿਣ ਵਾਲਾ ਜੀ ਇਹ। ਤੇ ਜਿਵੇਂ ਮੈਂ ਦੱਸਿਆ 5 ਕੇਸਿਸ ਇਹਦੇ ਪਹਿਲੇ ਦਰਜ ਹੈ NDPS ਦੇ, ਸਮੌਲ ਕੁਆਂਟੀਟੀਜ਼ 'ਚ, ਇਸ ਕਰਕੇ ਬੇਲ ਛੇਤੀ ਹੋ ਕੇ ਆ ਜਾਂਦੀ ਸੀ ਤੇ ਹੁਣ ਇਹਦੇ ਤੇ ਸਰਵੇਲੈਂਸ ਮਾਊਂਟ ਕਰਕੇ ਕੰਟੀਨਿਊਸਲੀ ਇਹਨੂੰ ਕੀਤਾ ਜਾਏਗਾ ਤੇ ਬੇਲ ਇਹਦੀ ਪਿਛਲੇ ਕੇਸਿਸ 'ਚ ਵੀ ਅਸੀਂ ਮੂਵ ਕੀਤਾ ਕਿ ਕੈਂਸਲ ਕੀਤੀ ਜਾਵੇ ਬੇਲ, ਬਿਕੋਜ਼ ਹੀ ਇਜ਼ ਅ ਰਿਪੀਟ ਅਫੈਂਡਰ। ਉਹ ਅਸੀਂ ਤੁਹਾਨੂੰ ਡਿਟੇਲਸ ਦੇ ਦਾਂਗੇ ਜੀ, ਹਲੇ ਸਾਡੇ ਕੋਲ ਇੰਨਾ ਕੀ ਹੈ।
ਬਿਲਕੁਲ ਜੀ। ਆਸ਼ੀਸ਼ ਦਾ ਪਿਛਲਾ ਲਿੰਕ ਸੀ ਸਾਵਨ ਰਹਿੰਦਾ ਹੈ ਮੰਡੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉੱਥੋਂ ਲੈ ਕੇ ਆਂਦਾ ਸੀ ਤੇ ਵੇਚਦਾ ਸੀ। ਸਾਵਨ ਆਸ਼ੀਸ਼ ਤੋਂ ਇਲਾਵਾ ਹੋਰ 3-4 ਜਣਿਆਂ ਨੂੰ ਵੇਚਦਾ ਹੈ ਜੋ ਟਰਾਈ ਸਿਟੀ 'ਚ ਹੋਰ ਆਪਰੇਟ ਕਰ ਰਹੇ ਹਨ। ਉਹਨਾਂ ਬਾਰੇ ਹੁਣ ਸਾਵਨ ਦੀ ਪੁੱਛਗਿੱਛ ਚੋਂ ਨਿਕਲੇਗਾ ਤੇ ਪੂਰਾ ਨੈਟਵਰਕ ਜਿਹੜਾ ਹੈ ਇੰਟਰਸਟੇਟ ਨੈਟਵਰਕ ਹੈ ਉਹ ਇਹਦੇ ਤੋਂ ਬਸਟ ਹੋਇਆ, ਕਿਉਂਕਿ ਸਾਵਨ ਦੀ ਹੁਣ ਜਿਹੜੀ ਸਾਰੀ ਅੱਗੇ ਸਪਲਾਈ ਹੈ ਉਹ ਹੁਣ ਰੁਕੀ ਹੈ ਟਰਾਈ ਸਿਟੀ ਦਾ ਪਾਰਟ ਹੈ ਇਹ ਪੂਰਾ ਜੀ। ਪਹਿਲਾਂ ਵੀ ਤੁਸੀਂ ਫੜੇ ਹੋਏ ਨੇ, ਇਸ ਤਰ੍ਹਾਂ ਦੀ ਹੁਣ ਚੀਜ਼ਾਂ ਸਾਹਮਣੇ ਆ ਰਹੀ, ਕਿਹੜੀ ਇਨਵੋਲਵਮੈਂਟ ਲੋਕਲ ਇਨਵੋਲਵਮੈਂਟ ਦੀ ਤੱਕ ਵੀ ਕੋਈ ਡਿਊਰਿੰਗ ਇਨਵੈਸਟੀਗੇਸ਼ਨ ਚੀਜ਼ ਸਾਹਮਣੇ ਆਈ ਹੋਵੇ, ਕਿਉਂਕਿ ਕਾਫੀ ਦਿਨਾਂ ਤੋਂ ਲਗਾਤਾਰ ਪੁਲਿਸ ਵੀ ਫੜਦੀ ਹੈ। ਨਹੀਂ, ਜਿਵੇਂ ਦੱਸ ਰਹੇ ਹੈ ਕਿ ਯੂਜੂਅਲੀ ਆਮ ਤੌਰ ਤੇ ਲੋਕਲ ਹੀ ਆ ਕੇ ਇਹ ਦਿੰਦੇ ਰਹੇ ਹੈ। ਸਾਡੇ ਬਾਰਡਰਸ ਤੁਹਾਨੂੰ ਪਤਾ ਹੈ ਪੋਰਸ ਹੈ, ਸਾਡੇ ਅਫੈਂਡਰਸ ਮੋਹਾਲੀ ਜਾ ਕੇ ਮੋਹਾਲੀ ਦੇ ਇੱਥੇ ਆ ਕੇ ਡਿਲੀਵਰੀ ਚੱਲਦੀ ਰਹਿੰਦੀ ਹੈ ਇਹਨਾਂ ਦੀ। ਤੇ ਇੱਕ ਕੋਆਰਡੀਨੇਟਡ ਐਫਰਟ ਸਾਡੇ ਵੱਲੋਂ ਚੱਲ ਰਿਹਾ ਹੈ, ਮੋਹਾਲੀ ਪੁਲਿਸ ਨਾਲ ਵੀ ਹਰਿਆਣਾ ਪੁਲਿਸ ਨਾਲ ਵੀ ਅਲੱਗ-ਅਲੱਗ ਤਰ੍ਹਾਂ ਦੀ ਸਾਡੀ ਕੋਆਰਡੀਨੇਸ਼ਨ ਮੀਟਿੰਗਸ ਵੀ ਹੁੰਦੀਆਂ ਤੇ ਸਾਡੇ ਤਿੰਨੋਂ ਪੁਲਿਸ ਵੱਲੋਂ ਇੱਕ ਡੈਡੀਕੇਟਡ ਐਫਰਟ ਕੀਤਾ ਜਾ ਰਿਹਾ ਜਿਸ 'ਚ ਕਈ ਤਰ੍ਹਾਂ ਦੇ ਟਰਾਈ ਸਿਟੀ ਮੋਡਿਊਲ ਜਿਹੜੇ ਬਸਟ ਹੋ ਰਹੇ ਹਨ। Savan is based in Himachal Pradesh, but he is supplying to drug dealers and peddlers based in Chandigarh and Tri-City. Savan Himachal 'ਚ ਹੈ ਤੇ ਇਹਦੇ ਤੋਂ ਹਿਮਾਚਲ ਜਾ ਕੇ ਲੈ ਕੇ ਆਉਂਦੇ ਸੀ ਸੋਰਸ ਕਰਕੇ। ਤਾਂ ਸਾਵਨ ਦਾ ਹੋਰ ਵੱਡਾ ਇਸ ਤੋਂ ਨੈਟਵਰਕ ਹੈ, ਵਨ ਪਾਰਟ ਇਜ਼ Tri-City ਤੇ ਹੋਰ ਵੀ ਇਸ 'ਚੋਂ ਕੁਝ ਅੱਗੇ ਚੀਜ਼ਾਂ ਨਿਕਲਣਗੀਆਂ। ਤੇ ਸਾਵਨ ਪਿੱਛੋਂ ਕਿੱਥੋਂ ਸੋਰਸ ਕਰਕੇ ਲਿਆਂਦਾ ਸੀ ਉਹਦੇ ਬਾਰੇ ਵੀ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ। ਡਰਗ ਮਨੀ ਹਾਲੇ ਕਰ ਰਹੇ ਹਾਂ ਜੀ, ਸਾਰਾ ਜਿਵੇਂ ਫਾਈਨੈਂਸ਼ੀਅਲ ਟ੍ਰੇਲ ਇਹਦਾ ਕੱਢ ਰਹੇ ਹਾਂ, ਪ੍ਰੋਪਰ ਇਹਨਾਂ ਦੀ ਟ੍ਰਾਂਜੈਕਸ਼ਨਸ ਮਿਲੀਆਂ ਸਾਨੂੰ, ਬੈਂਕ ਸਟੇਟਮੈਂਟਸ ਇਹਦੀਆਂ ਪ੍ਰੋਕਿਓਰ ਕਰਾਂਗੇ, ਪੇਟੀਐਮ ਤੋਂ ਡਿਟੇਲਸ ਲਵਾਂਗੇ ਤੇ ਸਾਰੀ ਫਾਈਨੈਂਸ਼ੀਅਲ ਟ੍ਰੇਲ ਇਹਦੀ ਆਪਾਂ ਅਨਰੈਵਲ ਕਰਾਂਗੇ। ਡਰੱਗਸ ਨੂੰ ਲੈ ਕੇ ਲਗਾਤਾਰ ਪੁਲਿਸ ਕੰਮ ਕਰ ਰਹੀ, ਲੇਕਿਨ ਜਿਹੜੇ ਵੱਡੇ ਮਗਰਮੱਛ ਉਹ ਜਿਹੜਾ ਹੈਗਾ ਹੱਥ ਨਹੀਂ ਆਉਂਦੇ। ਹਾਲਾਂਕਿ ਇਹਨਾਂ ਨੂੰ ਫੜ ਕੇ ਕਿਤੇ ਨਾ ਕਿਤੇ ਡਿਊਰਿੰਗ ਇਨਵੈਸਟੀਗੇਸ਼ਨ ਕਈ ਚੀਜ਼ਾਂ ਹੁੰਦੀ, ਲੇਕਿਨ ਲਾਸਟ ਟਾਈਮ ਤੋਂ ਅਸੀਂ ਵੇਖ ਰਹੇ ਹਾਂ ਟਰਾਈ ਸਿਟੀ, ਚੰਡੀਗੜ੍ਹ ਪੁਲਿਸ ਜਾਂ ਫਿਰ ਪੰਜਾਬ ਪੁਲਿਸ ਲਗਾਤਾਰ ਫੜ ਰਹੀ, ਲੇਕਿਨ ਜਿਹੜੇ ਵੱਡੇ ਸਮਗਲਰਸ ਨੇ, ਵੱਡੇ ਕਿੰਗਪਿਨ ਨੇ, ਉਹਨਾਂ ਤੇ ਜਿਹੜਾ ਹੈ ਦੇਖੋ ਰੀਸੈਂਟ ਟਾਈਮ 'ਚ ਫੋਕਸ ਸਿਰਫ ਸਾਡਾ ਸੋਰਸ ਤੇ ਹੀ ਹੈ। ਤੁਸੀਂ ਦੇਖੋਗੇ ਤਕਰੀਬਨ ਹਰ ਕੇਸ 'ਚ 29 NDPS, ਜੋ ਕਿ ਪ੍ਰੋਵੀਜ਼ਨ ਹੀ ਇਹੀ ਹੈ ਕਿ ਜੋ ਵੀ ਸਪਲਾਇਰ ਹੈ ਚਾਹੇ ਉਸ ਤੋਂ ਜ਼ੀਰੋ ਰਿਕਵਰੀ ਹੋਏ ਬਟ ਸਪਲਾਇਰ ਕੈਨ ਬੀ ਬੁੱਕਡ ਬੇਸਡ ਔਨ ਦ ਇਨੀਸ਼ੀਅਲ ਰਿਕਵਰੀ। ਤਾਂ ਇਹਨਾਂ ਕੇਸਿਸ 'ਚ ਵੀ ਅਸੀਂ 29 NDPS 'ਚ ਰਿਕਵਰੀ ਪਾਈ ਹੈ ਤੇ ਉਹਦੇ 'ਚ ਬਹੁਤ ਸਟ੍ਰਿੰਜੈਂਟ ਕੰਡੀਸ਼ਨਸ ਉਹਨਾਂ ਦੀ ਬੇਲ ਨਹੀਂ ਹੁੰਦੀ। ਆਰ ਐਫਰਟ ਇਸ ਤੇ ਸਾਡੀ ਬਰੀਫਿੰਗ ਸਾਡੀ ਫੋਰਸ ਨੂੰ ਇਹੀ ਹੈ ਕਿ ਸੈਕੰਡ ਥਰਡ ਰੈਂਕ ਜ਼ਰੂਰ ਉਹ ਅਨਰੈਵਲ ਕਰਨ ਤੇ ਕੱਲਾ ਕੇਸ ਮੋਨੀਟਰ ਹੋ ਰਿਹਾ ਜਿਹਦੇ 'ਚ ਅਸੀਂ ਪਿਛਲੇ ਜਿਹੜੇ ਲਿੰਕਸ ਉਹਨਾਂ ਨੂੰ ਅਨਰੈਵਲ ਕਰਕੇ ਬੰਦੇ ਅਰੈਸਟ ਕਰ ਰਹੇ ਹਾਂ ਤੇ ਕਾਰਵਾਈ ਇਹਦੇ 'ਚ ਚੱਲ ਰਹੀ ਹੈ। ਹੁਣ ਐਵੇਂ ਕੇਸਿਸ 'ਚ ਜਿਵੇਂ ਹੁਣ 1-2 ਬੰਦੇ ਫੜ ਕੇ ਅਸੀਂ 5-6 ਬੰਦੇ ਨੂੰ ਨਿਊਟਰਲਾਈਜ਼ ਕਰ ਸਕੇ ਹਾਂ ਤਾਂ ਸਾਡੀ ਏਮ ਉਹੀ ਰਹਿੰਦੀ ਹੈ। ਮੈਂ ਪੰਜਾਬ ਦਾ ਲਗਾਤਾਰ ਕਨੈਕਸ਼ਨ ਵੀ ਸਾਹਮਣੇ ਆ ਰਿਹਾ ਜੀ ਉਹਨੂੰ ਲੈ ਕੇ ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਕੰਮ ਕਰ ਰਹੀ ਹੈ, ਜਿੱਦਾਂ ਤੁਸੀਂ ਕਿਹਾ ਕਿ ਬਾਰਡਰ ਏਰੀਆ ਹੈਗਾ, ਟਰਾਈ ਸਿਟੀ ਦਾ ਪਾਰਟ ਹੈ। ਦੇਖੋ ਇਹ ਤਾਂ ਹੁਣ ਕਿਉਂਕਿ ਇੱਕ ਸਾਡੇ NCRB ਵੱਲੋਂ ਵੀ ਲਗਾਤਾਰ ਇਹਦੇ 'ਚ ਐਫਰਟਸ ਜਾਰੀ ਹੈ। ਇੱਕ ਨੈਸ਼ਨਲ ਵਾਈਡ ਇੱਕ ਸੌਫਟਵੇਅਰ ਤਿਆਰ ਕੀਤਾ ਗਿਆ ਹੈ ਜਿਹਦੇ 'ਚ NDPS ਦੇ ਸਾਰੇ ਅਕਿਊਜ਼ ਦਾ ਡੇਟਾ ਆਨਲਾਈਨ ਮੌਜੂਦ ਹੈ। ਉਹਦੇ 'ਚ ਸਾਰੇ ਸਟੇਟਸ ਦੀ ਉਹਦੇ 'ਚ ਡਿਟੇਲਸ ਹੈ, ਸਾਰੇ ਅਕਿਊਜ਼ਡ, ਸਾਰੇ ਡਰਗ ਅਫੈਂਡਰ, ਸਾਰਿਆਂ ਦਾ ਉਹਦੇ 'ਚ ਡਿਟੇਲਸ ਹੈ ਤੇ ਹਮੇਸ਼ਾ ਇੰਟਰਸਟੇਟ ਕੋਆਪਰੇਸ਼ਨ ਦੀ ਲੋੜ ਪੈਂਦੀ ਰਹਿੰਦੀ ਹੈ। ਅਸੀਂ ਹੁਣ ਚੰਡੀਗੜ੍ਹ 'ਚ ਜਿਹੜਾ ਟ੍ਰੈਂਡਸ ਦੇਖ ਰਹੇ ਹਾਂ ਅਸੀਂ ਉਹ ਜਾਂ ਤਾਂ ਪੰਜਾਬ ਤੋਂ ਜਾਂ ਦਿੱਲੀ ਤੋਂ ਜਾਂ ਹਿਮਾਚਲ ਤੋਂ, ਇਹ 3 ਜਗ੍ਹਾ ਜਿੱਥੋਂ ਮੇਨ ਸਾਡੀ ਡਰਗ ਸੋਰਸ ਹੋ ਰਹੀਆਂ। ਹੈਰੋਇਨ ਮੇਨਲੀ ਸੋਰਸ ਹੁੰਦੀ ਹੈ ਪੰਜਾਬ ਤੇ ਦਿੱਲੀ ਤੋਂ ਤੇ ਚਰਸ ਤੇ ਗਾਂਜਾ ਜਿਹੜਾ ਮੇਨ ਸੋਰਸ ਹੁੰਦਾ ਹੈ ਹਿਮਾਚਲ ਪ੍ਰਦੇਸ਼ ਤੋਂ। ਤਾਂ ਇਸ ਤਰ੍ਹਾਂ ਦੇ ਟ੍ਰੈਂਡ ਸਾਹਮਣੇ ਆ ਰਹੇ ਹੈ। ਇਟ ਇਜ਼ ਅਨਅਵੋਇਡੇਬਲ ਕਿਉਂਕਿ ਇੱਕ ਕੰਟਰੀ ਹੈ ਤੇ ਮੂਵਮੈਂਟ ਸਾਰੀ ਫ੍ਰੀ ਹੈ, ਬਟ ਇਹ ਸਿਰਫ ਇੰਟੈਲੀਜੈਂਸ, ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਹੀ ਇਹਨਾਂ ਨੂੰ ਅਸੀਂ ਅਨਰੈਵਲ ਕਰ ਸਕਦੇ ਹਾਂ। ਮੈਮ ਲਾਸਟ ਟਾਈਮ ਦੇਖਿਆ ਗਿਆ ਕਿ ਜਿਹੜੇ ਵੀ ਡਰਗ ਸਮਗਲਰ ਹੁੰਦੇ ਆ, ਬੈਡ ਅਨਸਰ ਹੁੰਦੇ, ਉਹ ਟਰਾਂਸਪੋਰਟ ਦਾ ਯੂਜ਼ ਕਰਦੇ, ਪਬਲਿਕ ਟਰਾਂਸਪੋਰਟ ਦਾ, ਤਾਂ ਬੜਾ ਆਬਵੀਅਸਲੀ ਔਖਾ ਹੋ ਜਾਂਦਾ। ਇਸ ਕਰਕੇ ਹੁਣ ਚੰਡੀਗੜ੍ਹ ਪੁਲਿਸ ਕਿਸ ਤਰ੍ਹਾਂ ਦੀ ਚੀਜ਼ਾਂ ਕਰ ਰਹੀ ਹੈ? ਦੇਖੋ ਇਸ 'ਚ ਇਹੀ ਹੈ, ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੋਨਾਂ ਦਾ ਇੱਕ ਚੰਗਾ ਮੇਲ ਹੋਵੇ ਤੇ ਉਹਦੇ ਨਾਲ ਸਾਡੀ ਪੁਲਿਸ ਪੂਰੀ ਸੁਚੇਤ ਹੈ। ਚੰਡੀਗੜ੍ਹ 'ਚ ਬਹੁਤ ਜ਼ਿਆਦਾ ਕੰਮ ਪਿੱਛੇ ਟਾਈਮ 'ਚ ਹੋਇਆ ਹੈ। ਪਿਛਲੇ 1 ਮਹੀਨੇ ਸਿਰਫ ਜੁਲਾਈ ਦੇ ਮਹੀਨੇ 'ਚ 26 FIRs NDPS ਰਜਿਸਟਰ ਹੋਈਆਂ, ਜੋ ਕਿ ਪਾਥ ਬ੍ਰੇਕਿੰਗ ਹੈ। ਇੰਨੀ FIRs ਪਿਛਲੇ ਮਹੀਨਿਆਂ 'ਚ ਨਹੀਂ ਰਜਿਸਟਰ ਹੋਈਆਂ ਤੇ ਸਾਰੇ ਯੂਨਿਟਸ ਲਗਾਤਾਰ ਕੰਮ ਕਰ ਰਹੇ ਹਨ ਤੇ ਆਉਣ ਵਾਲੇ ਸਮੇਂ ਜਿਹੜੀ ਹੁਣ ਸਾਨੂੰ ਫੀਡਬੈਕ ਮਿਲਣ ਵੀ ਲੱਗੀ ਹੈ ਤੇ ਆਉਣ ਵਾਲੇ ਸਮੇਂ 'ਚ ਹੋਰ ਜ਼ਰੂਰ ਇਹਦੇ ਤੇ ਪੋਜ਼ਿਟਿਵ ਇਫੈਕਟ ਆਏਗਾ। ਦੇਖੋ 26 ਜਿਹੜੇ NDPS ਦੀ FIRs ਕਹਿ ਰਹੀਆਂ ਪਿਓਰਲੀ ਡਰੱਗਸ ਦੇ NDPS ਐਕਟ ਜਿਹੜੇ ਰਿਕਵਰ ਹੋਏ ਆ ਪਿਛਲੇ ਸਿਰਫ ਜੁਲਾਈ ਦੇ ਮਹੀਨੇ 'ਚ, ਤਾਂ ਇੱਕ ਵੱਡੇ ਲੈਵਲ ਤੇ ਚੰਡੀਗੜ੍ਹ ਪੁਲਿਸ 'ਚ ਕੰਮ ਹੋ ਰਿਹਾ ਹੈ ਤੇ ਅਲੱਗ-ਅਲੱਗ ਯੂਨਿਟਸ ਪੂਰਾ ਐਫਰਟ ਇਹਦੇ 'ਚ ਕਰ ਰਹੀਆਂ। ਇਸ ਮਾਮਲੇ ਦੀ ਕਿੰਨੇ ਲੋਕ ਆਸ਼ੀਸ਼ ਠਾਕੁਰ ਉਹ ਜੀ, ਹਾਂਜੀ ਅਸੀਂ ਕੰਜ਼ਿਊਮਰਸ ਤੇ ਵੀ ਕੰਮ ਕਰ ਰਹੇ ਹਾਂ। ਜਿਹੜੇ ਸਮਾਲ ਕੰਜ਼ਿਊਮਰਸ ਹੈ, ਜਿਹੜੇ ਆਪਣਾ 1 ਗ੍ਰਾਮ 2 ਗ੍ਰਾਮ ਇਹਨਾਂ ਤੋਂ ਕੰਜ਼ੰਪਸ਼ਨ ਲਈ ਲੈ ਰਹੇ ਆ, ਉਹਨਾਂ ਤੇ ਵੀ ਕੰਮ ਕਰ ਰਹੇ ਹਾਂ। ਅਲੱਗ-ਅਲੱਗ ਪ੍ਰੋਵੀਜ਼ਨਸ ਹੈ ਲਾਅ 'ਚ, ਉਹਨਾਂ ਨੂੰ ਰਿਹੈਬਿਲਿਟੇਟ ਕਰਨ ਦੀ ਵੀ ਆ, ਉਹ ਵੀ ਅਸੀਂ ਦੇਖਾਂਗੇ। ਬਟ ਏਮ ਜਿਵੇਂ ਆਪਾਂ ਪਹਿਲੇ ਦੱਸਿਆ ਸਾਡਾ ਮੇਨ ਪੈਡਲਰਸ ਨੂੰ ਫੜਨ ਦਾ ਹੈ ਤੇ ਅੱਗੇ ਹੁਣ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇजेस ਦੋਨੋਂ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ। ਸੋ clients are mixed ji, all age groups, small age groups, big age groups,
ਸਪੈਸ਼ਲੀ ਜਿਹੜੇ ਨੈਚੁਰਲ ਨਸ਼ਾ ਹੁੰਦੇ ਆ ਚਰਸ ਤੇ ਅਫੀਮ ਵਰਗੇ ਇਹ ਬਿਗਰ ਏਜ ਗਰੁੱਪ ਥੋੜੇ ਐਲਡਰਸ ਵੀ ਕੰਜ਼ਿਊਮ ਕਰ ਰਹੇ ਹੈ ਥੋੜੇ ਲਾਈਫਸਟਾਈਲ ਡਰੱਗਸ ਹੈ ਥੋੜੇ ਯੰਗਸਟਰਸ ਯੂਜ਼ ਕਰਦੇ ਹੈ ਤਾਂ ਇਟਸ ਅ ਮਿਕਸ ਕਲਾਇੰਟੇਜ ਹਾਂਜੀ ਹਾਂਜੀ ਨਹੀਂ ਕਲੱਬਾਂ 'ਚ ਹਲੇ ਡਾਇਰੈਕਟ ਤਾਂ ਕੋਈ ਲਿੰਕ ਨਹੀਂ ਆਇਆ ਜੀ ਤੇ ਜਿਹੜੀ ਡਰੱਗਸ ਦੀ ਯੂਸੇਜ ਹੈ ਉਹ ਅਸੀਂ ਕਲੋਨੀ ਏਰੀਆਜ਼ ਵਿਲੇਜ ਏਰੀਆਜ਼ ਉੱਥੇ ਸਾਰੀ ਜਗ੍ਹਾ ਯੂਜ਼ ਹੁੰਦੀ ਹੈ ਤਾਂ ਆਪਾਂ ਸਪੈਸੀਫਾਈ ਨਹੀਂ ਕਰ ਸਕਦੇ ਕਿ ਕਲੱਬ 'ਚ ਯੂਜ਼ ਹੋ ਰਹੀ ਹੈ ਕਿੱਥੇ ਯੂਜ਼ ਹੋ ਰਹੀ ਹੈ ਬਟ ਜੋ ਵੀ ਅੱਗੇ ਸਾਹਮਣੇ ਆਏਗਾ ਕਲੱਬਸ ਨੂੰ ਲੈ ਕੇ ਵੀ ਕਈ ਚੀਜ਼ਾਂ ਸਾਹਮਣੇ ਆਈ ਸੀ ਕਲੱਬ 'ਚ ਵੀ ਜਿਹੜੀ ਸਪਲਾਈ ਉਹਦੇ ਵਿੱਚ ਹੁਣ ਪੁਲਿਸ ਕੀ ਕਰ ਰਹੀ ਹੈ ਹਾਲਾਂਕਿ ਕਲੋਨੀਜ਼ ਏਰੀਆ ਜਿੱਦਾਂ ਤੁਸੀਂ ਕਿਹਾ ਕਿਉਂਕਿ ਹੱਬ ਹੈ ਐਜੂਕੇਸ਼ਨ ਹੱਬ ਵੀ ਤੇ ਹੈਗਾ ਕਲੱਬਸ ਨਾਈਟ ਦਾ ਦੇਖੋ ਅਸੀਂ ਨਾ ਹਰ ਜਿਹੜੇ ਸਾਡੇ ਟਾਰਗੇਟ ਗਰੁੱਪਸ ਹਨ ਉਹਨਾਂ ਨੂੰ ਇਕੱਲੇ ਨਹੀਂ ਦੇਖ ਸਕਦੇ ਡਰੱਗਸ ਇਕੱਠੇ ਸੋਰਸ ਹੁੰਦੇ ਆ 100 ਗ੍ਰਾਮ ਹੈਰੋਇਨ ਹੈ ਅੱਗੇ ਆ ਕੇ ਵੰਡੀ ਜਾਂਦੀ ਹੈ ਆਰ ਏਮ ਇਜ਼ ਟੂ ਨੈਪ ਦਾ ਸੋਰਸ ਜਿੱਥੇ ਜਿੱਥੇ ਉਹ ਜਾ ਰਹੀ ਹੈ ਨੈਚੁਰਲੀ ਉੱਥੇ ਸਾਰਿਆਂ 'ਚ ਅਸਰ ਪਏਗਾ ਇਹ ਨਹੀਂ ਹੈ ਕਿ ਕਲੱਬ 'ਚ ਕਿਤੋਂ ਹੋਰੋਂ ਜਾ ਰਹੀ ਹੈ ਤੇ ਕਿਸੇ ਕਾਲਜ 'ਚ ਕਿਤੋਂ ਹੋਰੋਂ ਜਾ ਰਹੀ ਹੈ ਦਾ ਸੋਰਸ ਇਜ਼ ਦਾ ਸੇਮ ਤੇ ਜੇ ਉਹ ਸੋਰਸਸ ਨੂੰ ਫੜਾਂਗੇ ਨੈਚੁਰਲੀ ਨੀਚੇ ਅਸਰ ਪਏਗਾ ਥਰੂ WhatsApp ਥਰੂ ਇਨਕ੍ਰਿਪਟਡ ਸੋਸ਼ਲ ਮੀਡੀਆ ਐਂਡ ਉਹਦਾ ਕਾਫੀ ਜ਼ਿਆਦਾ ਟੈਕਨੀਕਲ ਐਨਾਲਿਸਿਸ ਹਿਊਮਨ ਐਨਾਲਿਸਿਸ ਕਰਕੇ ਹੀ ਅਸੀਂ ਇਹਨਾਂ ਨੂੰ ਫੜ ਪਾਏ ਹਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ 20 ਤੋਂ 30 ਸਾਲ ਦੀ ਉਮਰ 'ਚ